ਸਤਿ ਸ੍ਰੀ ਅਕਾਲ। ਤੁਸੀਂ ਪੰਜਾਬਿਸਤਾਨ ਟੀਵੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਉੱਗੇ ਵਕੀਲ ਐਡਵੋਕੇਟ ਪ੍ਰਦੀਪ ਵਿਰਕ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ ਕਿ ਕੋਟਕਪੂਰਾ ਗੋਲੀकांड ਦੇ ਵਿੱਚ ਇੱਕ ਨਵਾਂ ਫੈਸਲਾ ਫਰੀਦਕੋਟ ਦੀ ਅਦਾਲਤ ਦੇ ਵਿੱਚ ਜਿਹੜਾ ਕੇਸ ਲੱਗਿਆ ਹੋਇਆ ਸੀ, ਉਹਦੇ ਵਿੱਚ ਅਦਾਲਤ ਨੇ ਉਸ ਕੇਸ ਨੂੰ ਬੰਦ ਕਰ ਦਿੱਤਾ। ਇਸ ਮਾਮਲੇ ਵਿੱਚ ਜਿੰਨੇ ਮੁਲਜ਼ਮ ਠਹਿਰਾਏ ਗਏ ਸੀ, ਜਿਹੜੇ ਉਹਦੇ ਵਿੱਚ ਕੇਸਾਂ ਦੇ ਵਿੱਚ ਪੇਸ਼ੀਆਂ ਭੁਗਤ ਰਹੇ ਸੀ, ਸਾਬਕਾ ਡੀਜੀਪੀ ਸੁਮੇਧ ਸੈਣੀ, ਉਮਰਾ ਨੰਗਲ ਹੋ ਗਏ, ਜਾਂ ਸਾਬਕਾ ਅਕਾਲੀ ਐਮਐਲਏ ਹੋ ਗਏ, ਜਾਂ ਹੋਰ ਹੋ ਗਏ ਪੁਲਿਸ ਅਧਿਕਾਰੀ, ਉਹ ਸਾਰਿਆਂ ਨੂੰ ਜਿਹੜਾ ਉਹ ਹੁਣ ਇੱਕ ਤਰ੍ਹਾਂ ਦੀ ਰਾਹਤ ਮਿਲੀ ਹੈ। ਪਰ ਇਸ ਤੋਂ ਪਹਿਲਾਂ ਹੀ ਹਾਈ ਕੋਰਟ ਤੋਂ ਰਾਹਤ ਮਿਲ ਚੁੱਕੀ ਸੀ। ਅਸੀਂ ਇਸ ਉੱਤੇ ਗੱਲਬਾਤ ਕਰਾਂਗੇ ਕਿਉਂਕਿ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਹੁਣ ਚਾਰਾਜੋਈ ਕਰਨ ਦੀ ਤਿਆਰੀ ਵਿੱਚ ਹੈ। ਵਿਰਕ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪੰਜਾਬਿਸਤਾਨ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ। ਵਿਰਕ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ, ਜਿਸ ਤਰ੍ਹਾਂ ਪਹਿਲੇ ਦਿਨ ਤੋਂ ਉਮੀਦ ਹੀ ਲੱਗ ਰਹੀ ਸੀ, ਸਾਰਿਆਂ ਨੂੰ ਇਹੀ ਲੱਗ ਰਿਹਾ ਸੀ ਕਿ ਸ਼ਾਇਦ ਹੀ ਇਨਸਾਫ ਹੋਵੇ, ਤੇ ਅੱਜ ਜਿਵੇਂ ਫਰੀਦਕੋਟ ਅਦਾਲਤ ਦਾ ਵੀ ਫੈਸਲਾ ਜਿਹੜਾ ਸੁਰਖੀਆਂ ਦੇ ਵਿੱਚ ਹੈ ਕਿ ਉਹਨਾਂ ਨੇ ਇਸ ਕੇਸ ਨੂੰ ਬੰਦ ਹੀ ਕਰ ਦਿੱਤਾ। ਦੇਖੋ ਜੀ, ਜਿੱਥੇ ਤੱਕ ਤਾਂ ਸੈਸ਼ਨਸ ਕੋਰਟ ਦੇ ਫੈਸਲੇ ਦੀ ਆਪਾਂ ਗੱਲ ਕਰੀਏ, ਇੱਕ ਗੱਲ ਬੜੀ ਕਲੀਅਰ ਹੈ। ਜਦੋਂ ਆਨਰੇਬਲ ਹਾਈ ਕੋਰਟ ਨੇ ਇਨਵੈਸਟੀਗੇਸ਼ਨ ਹੀ ਸੈਟ ਅਸਾਈਡ ਕਰਤੀ ਤੇ ਚਲਾਨ ਦੇ ਉੱਤੇ ਪ੍ਰੋਸੀਡ ਕਰ ਰਹੀ ਸੀ ਕੋਰਟ, ਉਹ ਚਲਾਨ ਸੈਟ ਅਸਾਈਡ ਹੋ ਗਏ, ਤੇ ਸੈਸ਼ਨਸ ਕੋਰਟ ਦਾ ਤਾਂ ਫੈਸਲਾ ਆਉਣਾ ਹੀ ਸੀ, ਉਹ ਤਾਂ ਅੰਡਰਸਟੂਡ ਸੀ, ਉਹਦੇ 'ਚ ਤਾਂ ਕੋਈ ਦੋ ਰਾਏ ਨਹੀਂ ਹੈ। ਹੁਣ ਦੂਜੇ ਪਾਸੇ ਜਿਹਨੂੰ ਕਹਿੰਦੇ ਕਿ ਬਾਲ ਇਜ਼ ਇਨ ਗਵਰਨਮੈਂਟਸ ਕੋਰਟ, ਹੁਣ ਸਰਕਾਰ ਕੀ ਫੈਸਲਾ ਲੈਂਦੀ ਹੈ। ਜਦੋਂ ਸਰਕਾਰ ਕਹਿ ਰਹੀ ਹੈ ਕਿ ਉਹ SLP ਦੇ ਵਿੱਚ ਜਾਣਗੇ, ਸੋ ਉਹਦੇ ਵਿੱਚ ਹੁਣ ਉਹ ਚਲਾਨ ਸੈਟ ਅਸਾਈਡ ਕਰਵਾਉਣੇ ਹੈ ਜਾਂ ਰਿਸਟੋਰ ਕਰਵਾਉਣੇ ਹੈ, ਉਹ SLP ਦੇ ਵਿੱਚ ਡਿਪੈਂਡ ਕਰੂਗਾ। ਅਦਰਵਾਈਜ਼ ਜੇ ਮੈਂ ਜਜਮੈਂਟ ਨੂੰ ਵੇਖਾਂ, ਉਹਦੇ ਮੈਂ ਦੋ ਹਿੱਸੇ ਕਰਦਾ। ਇੱਕ ਤਾਂ ਹੋ ਗਿਆ ਜਿਹੜਾ ਮਿਸਟਰ ਕੁੰਵਰ ਨੂੰ ਲੈ ਕੇ ਇਨਵੈਸਟੀਗੇਸ਼ਨ ਸੈਟ ਅਸਾਈਡ ਕੀਤੀ ਹੈ। ਇੱਕ ਮਿੰਟ ਅਸੀਂ ਉਹਨਾਂ ਚੀਜ਼ਾਂ ਨੂੰ ਜੇ ਸਾਈਡ ਤੇ ਰੱਖੀਏ, ਤੇ ਕੋਰਟ ਦੇ ਫੈਸਲੇ ਦੇ ਵਿੱਚ ਇੱਕ ਚੰਗੀ ਚੀਜ਼ ਵੀ ਹੈ। ਇਟ ਇਜ਼ ਨਾਟ ਕਿ ਸਿਰਫ ਜਜਮੈਂਟ ਟੋਟਲੀ ਰੋਂਗ ਆਪਾਂ ਕਹੀਏ ਜਾਂ ਗਲਤ ਕਹੀਏ। ਇੱਕ ਚੀਜ਼ ਉਹਦੀ ਬਹੁਤ ਵਧੀਆ ਹੈ, ਟਾਈਮ ਬਾਉਂਡ ਇਨਵੈਸਟੀਗੇਸ਼ਨ। ਜੇ ਆਪਾਂ 6 ਮਹੀਨੇ ਦੇ ਵਿੱਚ ਇਨਵੈਸਟੀਗੇਸ਼ਨ ਕੰਕਲੂਡ ਕਰਨ ਦੀ ਡਾਇਰੈਕਸ਼ਨ ਨੂੰ ਲਈਏ, ਤੇ ਇਸ ਕੇਸ ਦੀ ਇੱਕ ਰਿਕੁਆਇਰਮੈਂਟ ਸੀ ਕਿ ਟਾਈਮ ਬਾਉਂਡ ਇਨਵੈਸਟੀਗੇਸ਼ਨ ਹੋਵੇ, ਜੋ ਕੋਰਟ ਦੇ ਫੈਸਲੇ ਦੇ ਵਿੱਚ ਮੈਂਸ਼ਨਡ ਹੈ। ਸੋ ਉਸ ਚੀਜ਼ ਦੇ ਮੱਦੇਨਜ਼ਰ ਮੇਰੇ ਖਿਆਲ ਨਾਲ ਜੇ 6 ਮਹੀਨਿਆਂ 'ਚ ਇਨਵੈਸਟੀਗੇਸ਼ਨ ਕਰ ਦਿੱਤੀ ਜਾਵੇ ਕੰਕਲੂਡ, ਤੇ ਬਹੁਤ ਵਧੀਆ ਚੀਜ਼ ਹੋਵੇਗੀ। ਜਿਹੜੀ ਸਾਨੂੰ ਅੱਜ ਫਿਰ ਇੱਕ ਇਨਸਾਫ ਲੱਗ ਰਿਹਾ ਕਿ ਡਿਲੇ ਹੋ ਰਿਹਾ, ਉਹ ਡਿਲੇ ਹੋਣ ਦੀ ਜਗ੍ਹਾ ਟਾਈਮਲੀ ਜਸਟਿਸ ਡਿਲੀਵਰ ਹੋ ਜੂਗੀ, ਪੰਜਾਬ ਦੇ ਲੋਕਾਂ ਨੂੰ ਇਨਸਾਫ ਮਿਲ ਸਕੂਗਾ। ਜੀ ਵਿਰਕ ਸਾਹਿਬ, ਤੁਹਾਡਾ ਕੀ ਮੰਨਣਾ ਹੈ? ਜਿਵੇਂ ਹੁਣ ਸਰਕਾਰ ਨੂੰ ਕਿਹਾ ਜਾ ਰਿਹਾ ਕਿ 1 ਮਹੀਨੇ ਦੇ ਅੰਦਰ ਅੰਦਰ ਇਸ ਦੀ ਰਿਪੋਰਟ, ਜਿਹੜੀ ਸਰਕਾਰ ਦੇ ਨੁਮਾਇੰਦੇ ਨੇ ਜਾਂ ਹੋਰ ਵੀ ਜਿਹੜੇ ਸਿਆਸੀ ਪਾਰਟੀਆਂ ਵਾਲੇ ਨੇ, ਉਹ ਕਹਿ ਰਹੇ ਨੇ ਕਿ ਜੇ ਇਨਸਾਫ ਹੀ ਦੇਣਾ ਤਾਂ 1 ਮਹੀਨੇ ਦੇ ਵਿੱਚ ਵੀ ਦਿੱਤਾ ਜਾ ਸਕਦਾ। ਉਹ ਕਹਿੰਦੇ ਨੀਅਤ ਜਿਹੜੀ ਹੈ ਉਹ ਸਾਫ਼ ਹੋਣੀ ਚਾਹੀਦੀ ਹੈ। ਕੀ ਮੰਨਦੇ ਹੋ ਕਿ 1 ਮਹੀਨੇ 'ਚ ਇਨਵੈਸਟੀਗੇਸ਼ਨ ਪੂਰੀ ਕਰਕੇ ਹੋ ਸਕਦਾ ਹੈ ਇਹਦਾ ਹਿਸਾਬ ਕਿਤਾਬ? ਦੇਖੋ, ਇੱਕ ਬੜੀ ਸਿੰਪਲ ਮੈਂ ਗੱਲ ਕਹਿਣਾ, ਹਰੇਕ ਦਾ ਆਪਣਾ ਆਪਣਾ ਵਿਊ ਹੈ। ਮਟੀਰੀਅਲ ਕਲੈਕਟ ਹੋ ਚੁੱਕਿਆ ਹੈ, ਤਫਤੀਸ਼ਾਂ ਹੋ ਚੁੱਕੀਆਂ, ਦੁਬਾਰਾ ਸਟੇਟਮੈਂਟਸ ਲਿਖਣਾ ਹੈ ਔਰ ਲਿਖਣੀਆਂ ਤੇ ਉਹਨਾਂ ਤੇ ਕਨਕਲੂਜਨਸ ਡਰਾ ਕਰਨੀ ਹੈ। ਸੋ ਜਿੰਨਾ ਟਾਈਮ ਲੱਗਿਆ ਇਨਵੈਸਟੀਗੇਸ਼ਨ 'ਚ, ਉਹਨਾਂ ਤਾਂ ਨਹੀਂ ਲੱਗੂਗਾ ਕਿਸੇ ਵੀ ਹਾਲਤ। ਮਹੀਨੇ 'ਚ ਕਹਿ ਰਹੇ ਆ, ਮੈਂ ਕਹਿੰਦਾ ਮਹੀਨੇ ਨਹੀਂ, 3 ਮਹੀਨੇ 'ਚ ਹੋ ਜੇ। ਆਪਾਂ ਅਪ੍ਰੈਲ ਐਂਡ ਤੇ ਬੈਠੇ ਆ, ਮਈ ਜੂਨ ਜੁਲਾਈ ਤੱਕ ਹੋ ਜੇ, ਅਗਸਤ ਤੋਂ ਟ੍ਰਾਇਲ ਸ਼ੁਰੂ ਹੋ ਜੇ। ਜੇ 6 ਮਹੀਨਿਆਂ 'ਚ ਵੀ ਹੁੰਦੀ ਹੈ ਤਾਂ ਵੀ ਅਕਤੂਬਰ ਨਵੰਬਰ ਤੱਕ ਹੋ ਜੇ, ਬਹੁਤ ਵੱਡੀ ਗੱਲ ਹੈ। ਐਟ ਦੀ ਐਂਡ ਆਫ ਦੀ ਡੇ ਮੈਟਰ ਇਹ ਕਰਦਾ ਹੈ ਕਿ ਤਫਤੀਸ਼ ਛੇਤੀ ਹੋ ਜੇ, ਬਜਾਏ ਇਹਦੇ ਕਿ ਸੁਪਰੀਮ ਕੋਰਟ ਜਾ ਕੇ ਮੈਟਰ ਲਮਕ ਜਾਏ। ਮੇਰਾ ਪਰਸਨਲ ਓਪੀਨੀਅਨ ਹੈ ਕਿ ਸਰਕਾਰ ਨੂੰ SLP ਪਾਉਣ ਦੀ ਲੋੜ ਨਹੀਂ ਹੈ, ਉਹ ਤਫਤੀਸ਼ ਸ਼ੁਰੂ ਕਰ ਲੈਣ। ਪਰ ਜੇ ਗਵਰਨਮੈਂਟ ਨੂੰ ਲੱਗਦਾ ਕਿ ਨਹੀਂ SLP ਪਾਉਣੀ ਚਾਹੀਦੀ, ਉਹ SLP ਪਾ ਦਿੰਦੇ ਆ। ਉਹਦਾ ਕੀ ਫੈਸਲਾ ਆਉਂਦਾ ਹੈ, ਫਿਰ ਉਹਦੇ ਉੱਤੇ ਤਫਤੀਸ਼ ਦੀ ਪੇਸ ਡਿਪੈਂਡ ਕਰੂ। ਅਦਰਵਾਈਜ਼ ਮਹੀਨਾ ਲੱਗੇ ਜਾਂ 3 ਮਹੀਨੇ ਲੱਗਣ, ਉਹ ਫਰਕ ਨਹੀਂ ਹੈ। ਜੋ ਲੀਗਲ ਪੱਖ ਨੇ ਜਿਹੜੇ ਹਾਈ ਕੋਰਟ ਦੇ ਜਿਹੜੇ ਫੈਸਲੇ ਦੇ ਵਿੱਚ, ਉਹਨਾਂ ਕੁਝ ਪੱਖਾਂ ਨੂੰ ਲੈ ਕੇ ਕਹਿੰਦੇ ਅਸੀਂ ਸੁਪਰੀਮ ਕੋਰਟ ਜਾਣਾ ਹੈ। ਇਹ ਕਿੱਥੋਂ ਤੱਕ ਸਹੀ ਹੈ? ਇਹਦੇ ਨਾਲ ਕਿੰਨਾ ਕੁ ਤੁਹਾਨੂੰ ਲੱਗਦਾ ਹੈ ਕਿ ਕੇਸ ਜਿਹੜਾ ਆ ਉਹ ਹੋਰ ਮਜ਼ਬੂਤ ਹੋ ਸਕਦਾ? ਇਹਦੇ ਨਾਲ ਫਾਇਦਾ ਕੋਈ ਕੇਸ? ਉਹ ਡਿਪੈਂਡ ਕਰੂਗਾ ਫਾਈਲ ਨੋਟਿੰਗਸ ਦੇ ਉੱਤੇ। ਕਿ ਹੁਣ ਸਿੰਪਲ ਜੀ ਗੱਲ ਹੈ, SIT ਦੇ 5 ਮੈਂਬਰਸ ਹੈ, 5 ਚੋਂ 1 ਮੈਂਬਰ ਨੇ ਕਿਉਂ ਸਾਈਨ ਕੀਤੇ ਹੈ, ਬਾਕੀ 4 ਨੇ ਕਿਉਂ ਨਹੀਂ ਕੀਤੇ? ਜਾਂ ਉਹ 4 SIT ਦੇ ਮੈਂਬਰ ਨਹੀਂ ਸੀ, ਜਾਂ SIT ਦੀ ਡਿਊਟੀਆਂ ਡਿਵਾਈਡ ਕਰ ਰੱਖੀਆਂ ਸੀ, ਉਹਨਾਂ ਦੇ ਸਿਗਨੇਚਰਸ ਦੀ ਲੋੜ ਨਹੀਂ ਸੀ। ਬਿਕੋਜ਼ ਜੇ ਆਪਾਂ CRPC ਵੇਖੀਏ, ਜਿਹੜਾ ਪ੍ਰੋਸੀਜਰ ਫੋਲੋ ਹੁੰਦਾ ਹੈ, SIT ਦੀ ਪ੍ਰੋਵੀਜ਼ਨ ਕਾਨੂੰਨ ਦੇ ਵਿੱਚ ਐਸ ਸੱਚ ਡਾਇਰੈਕਟਲੀ ਨਹੀਂ ਹੈ। ਉਹਦੇ 'ਚ ਇੱਕ ਇਨਵੈਸਟੀਗੇਟਿਵ ਆਫਿਸਰ ਦੀ ਪ੍ਰੋਵੀਜ਼ਨ ਹੈ, ਜਿਹੜਾ SHO ਹੁੰਦਾ, ਉਹਦੇ ਉੱਤੇ ਸੁਪਰਵਾਈਜ਼ਰੀ ਆਫਿਸਰਸ ਹੁੰਦੇ। ਸੋ ਹੁਣ SIT ਬਣਾਉਣ ਦਾ ਟ੍ਰੈਂਡ ਤਾਂ ਚੱਲਿਆ ਬਿਕੋਜ਼ ਸਪੈਸ਼ਲ ਇਨਵੈਸਟੀਗੇਸ਼ਨਸ ਦੀ ਲੋੜ ਸੀ। ਸੁਪਰਵਾਈਜ਼ਰੀ ਆਫਿਸਰਸ ਨੂੰ, ਇਨਵੈਸਟੀਗੇਟਿੰਗ ਆਫਿਸਰਸ ਦੀ ਪਾਵਰਸ ਲੈਣ ਦੀ ਅਥਾਰਟੀ ਹੈ CRPC ਦੇ ਅੰਡਰ, ਉਹਦੇ ਤਹਿਤ ਇਹ ਸਾਰਾ ਕੁਝ ਹੋਣ ਲੱਗਿਆ ਸੈਕਸ਼ਨ 36 ਦੇ ਅੰਡਰ। ਹੁਣ ਇੱਥੇ ਤਾਂ ਹੀ ਆਨਰੇਬਲ ਕੋਰਟ ਨੇ ਆ ਡਾਇਰੈਕਸ਼ਨ ਦਿੱਤੀ ਕਿ ਤੁਸੀਂ SIT ਬਣਾਓ 3 ਮੈਂਬਰਸ ਦੀ, ਤਿੰਨੋਂ ਮੈਂਬਰਸ ਉਹਨੂੰ ਸਾਈਨ ਕਰਨ, ਇਨਵੈਸਟੀਗੇਸ਼ਨ ਕੰਕਲੂਡ ਕਰਕੇ ਐਟ ਦੀ ਅਰਲੀਐਸਟ ਚਾਰਜ ਸ਼ੀਟ ਫਾਈਲ ਕਰੋ। ਹੁਣ ਜੇ ਆਨਰੇਬਲ
ਹਾਈ ਕੋਰਟ ਦੇ ਆਰਡਰ ਨੂੰ ਆਪਾਂ ਚੈਲੰਜ ਕਰਨਾ ਹੈ ਤੇ ਅਸੀਂ ਇਨਵੈਸਟੀਗੇਸ਼ਨ ਤੇ ਕਿਵੇਂ ਪ੍ਰੋਸੀਡ ਕਰਾਂਗੇ। ਇਨਵੈਸਟੀਗੇਸ਼ਨ ਤਾਂ ਮਿਸਟਰ ਕੁੰਵਰ ਨੇ ਅਜੇ ਆਪ ਕਿਹਾ ਹੈ ਕਿ ਉਹਨਾਂ ਦੇ ਵੱਲੋਂ ਇੱਕ ਚਲਾਨ ਹੋਰ ਦੇਣਾ ਜੇ ਬਾਕੀ ਹੈ। ਸੋ ਕੰਕਲੂਡ ਤਾਂ ਮਿਸਟਰ ਕੁੰਵਰ ਦੀ ਇਨਵੈਸਟੀਗੇਸ਼ਨ ਵੀ ਨਹੀਂ ਹੋਈ ਅਜੇ ਤੱਕ। ਸੋ ਜੇ ਉਹਨਾਂ ਦੀ ਕੰਕਲੂਡ ਨਹੀਂ ਹੋਈ ਸੋ ਆਪਾਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਨਵੀਂ ਇਨਵੈਸਟੀਗੇਸ਼ਨ ਕੰਕਲੂਡ ਹੋਣਾ ਡੈਮੇਜਿੰਗ ਹੋਊਗਾ। ਮਤਲਬ ਮੇਰੇ ਖਿਆਲ ਨਾਲ ਇਸ ਸਟੇਜ ਤੇ ਇੱਕ ਮੌਕਾ ਦੇ ਦੇਣਾ ਚਾਹੀਦਾ ਹੈ, ਇਨਵੈਸਟੀਗੇਸ਼ਨ ਕੰਕਲੂਡ ਹੋ ਜੇ, ਛੇਤੀ ਤੋਂ ਛੇਤੀ ਸਾਨੂੰ ਜਸਟਿਸ ਮਿਲ ਸਕੇ। ਬਿਲਕੁਲ ਡਾਕਟਰ ਸਾਹਿਬ, ਇਹ ਜਿਹੜੀ ਇਨਵੈਸਟੀਗੇਸ਼ਨ ਕੰਕਲੂਡ ਹੋਣੀ ਹੈ, ਇਹ ਜਿਹੜੇ ਬਾਕੀ 9 ਚਲਾਨ ਨੇ ਉਹਨਾਂ ਨੂੰ ਵਿੱਚ ਰੱਖ ਕੇ ਹੋਣੀ ਹੈ ਕਿ ਨਵੇਂ ਸਿਰੇ ਤੋਂ ਨਹੀਂ, ਪਹਿਲੇ ਸਿਰੇ ਚਲਾਨ ਪੇਸ਼ ਕਰਨੇ ਨਵੇਂ ਸਿਰੇ ਤੋਂ, ਬਿਕੋਜ਼ ਜੋ ਇਨਵੈਸਟੀਗੇਸ਼ਨ ਮਿਸਟਰ ਕੁੰਵਰ ਨੇ ਕੀਤੀ ਹੈ ਉਹ ਚਲਾਨ 129 ਔਰ 192 ਐਫਆਈਆਰ ਦੇ ਸੈਟ ਅਸਾਈਡ ਹੋ ਰਹੇ। 9 ਚਲਾਨਾਂ ਦੀ ਗੱਲ ਨਹੀਂ ਇੱਥੇ, ਇਹਨਾਂ ਕੇਸਿਸ ਦੇ ਵਿੱਚ ਇਹ 2 ਐਫਆਈਆਰਸ ਦੇ ਸਾਰੇ ਚਲਾਨ ਸੈਟ ਅਸਾਈਡ ਹੋ ਰਹੇ ਹੈ ਔਰ ਇਹਨਾਂ ਦੋਵਾਂ ਦੇ ਜਿਹੜੇ ਚਲਾਨ ਨੇ ਉਹਨਾਂ ਦੇ ਬੇਸਿਸ ਦੇ ਉੱਤੇ, ਕਿਉਂਕਿ ਗੱਲ ਫਿਰ ਹੋਈ ਆ ਰਹੀ ਹੈ ਕਿ ਫਾਈਲ ਨੋਟਿੰਗਸ ਦੇ ਵਿੱਚ ਕੀ ਹੈ ਕਿ ਸਾਰੇ ਮੈਂਬਰਸ ਨੇ ਸਾਈਨ ਕੀਤੇ ਹੈ ਕਿ ਨਹੀਂ, ਜੇ ਨਹੀਂ ਕੀਤੇ ਤੇ ਕਿਉਂ ਨਹੀਂ ਕੀਤੇ, ਉਹਨਾਂ ਦੇ ਜਵਾਬ ਤਾਂ ਹੁਣ ਸਰਕਾਰ ਕੋਲ ਹੀ ਹੋਣਗੇ ਨਾ ਜੀ। ਉਹ ਤਾਂ ਜੇ ਸਰਕਾਰ ਕੱਲ ਨੂੰ ਚੈਲੰਜ ਵੀ ਕਰਦੀ ਹੈ, ਸਰਕਾਰ ਇਹੀ ਕਹੂਗੀ ਕਿ ਜੀ ਨਹੀਂ ਦੇਖੋ ਆਹ ਨੋਟਿੰਗਸ ਹੈਗੀਆਂ, ਸਾਈਨ ਕੀਤੇ ਆ ਜਾਂ ਅਸੀਂ ਇਕੱਲਿਆਂ ਨੂੰ ਆਥੋਰਾਈਜ਼ ਕੀਤਾ ਸੀ, ਫਿਰ ਐਸਆਈਟੀ ਨਹੀਂ ਸੀ ਇਹਦਾ ਮਤਲਬ। ਉਹਨਾਂ ਚੀਜ਼ਾਂ ਤੇ ਡਿਪੈਂਡ ਕਰੂਗਾ ਔਰ ਉਹਨਾਂ ਚੀਜ਼ਾਂ ਨੂੰ ਮਾਈਂਡ ਦੇ ਵਿੱਚ ਰੱਖਦਿਆਂ ਹੋਇਆਂ ਜਿਹੜੀ ਇਨਵੈਸਟੀਗੇਸ਼ਨ ਹੈ ਉਹਦੇ ਜਿੰਨੀ ਮਿਸਟਰ ਕੁੰਵਰ ਵਿਜੇ ਨੇ ਕੀਤੀ ਹੈ ਉਹ ਸੈਟ ਅਸਾਈਡ ਹੋਈ ਹੈ ਔਰ ਜੇ ਉਹਨਾਂ ਨੇ ਸਾਰੀ ਕੀਤੀ ਹੈ ਫਿਰ ਆਟੋਮੈਟਿਕਲੀ ਸਾਰੀ ਸੈਟੀਸਫਾਈਡ ਹੁੰਦੀ ਹੈ। ਹੁਣ ਉਹ ਜਿਹੜਾ ਕੋਰਟ ਦਾ ਫੈਸਲਾ ਹੈ ਉਹਦੇ ਹਿਸਾਬ ਨਾਲ ਤਾਂ ਸਾਰੇ ਚਲਾਨ ਹੀ ਹਟੇ ਆ, ਸਾਰੇ ਚਲਾਨ ਹੀ ਮਿਸਟਰ ਕੁੰਵਰ ਵੱਲੋਂ ਫਾਈਲ ਹੋਏ ਆ। ਇਸ ਕਰਕੇ ਕੀ ਨਵੀਂ ਐਸਆਈਟੀ ਉਹ ਸਾਰੇ ਚਲਾਨ ਚੱਕ ਕੇ ਉਹ ਆਪਣੀ ਰਿਪੋਰਟ ਬਣਾ ਸਕਦੀ ਉਸੇ ਤਰੀਕੇ ਨਾਲ ਕਿ ਉਹਨਾਂ ਨੂੰ ਫਿਰ ਗਵਾਹ ਸਾਰੇ ਸੱਦਣੇ ਪੈਣੇ, ਫਿਰ ਸ਼ੁਰੂ ਤੋਂ ਪਹਿਲੇ ਦਿਨ ਤੋਂ ਗਵਾਹ ਸਾਰੇ ਸੱਦਣੇ ਜੀ। ਇੰਡੀਪੈਂਡੈਂਟ ਇਨਵੈਸਟੀਗੇਸ਼ਨ ਦਾ ਮਤਲਬ ਹੀ ਆ ਹੁੰਦਾ ਹੈ, ਇਹਨੂੰ ਡਿਨੋਵੋ ਇਨਵੈਸਟੀਗੇਸ਼ਨ ਕਹਿ ਲਓ, ਫਰੈਸ਼ ਇਨਵੈਸਟੀਗੇਸ਼ਨ ਕਹਿ ਲਓ, ਕਿ ਮਟੀਰੀਅਲ ਤੁਹਾਡੇ ਕੋਲ ਹੈਗਾ ਹੈ, ਤੁਸੀਂ ਇੰਡੀਪੈਂਡੈਂਟਲੀ ਇਨਵੈਸਟੀਗੇਟ ਕਰੋਗੇ, ਅਨਇਨਫਲੂਐਂਸਡ, ਅਨਬਾਇਸਡ ਬਾਈ ਦਾ ਪ੍ਰੀਵੀਅਸ ਇਨਵੈਸਟੀਗੇਸ਼ਨ। ਆਪਣੀ ਇੱਕ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਕਰਕੇ ਤੁਸੀਂ ਤੱਥਾਂ ਦੇ ਆਧਾਰ ਤੇ ਸਾਰਾ ਕੁਝ ਬਣਾ ਕੇ ਉਹ ਚਲਾਨ ਫਾਈਲ, ਉਹ ਡਾਇਰੈਕਸ਼ਨ ਟੋਟਲੀ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਹੁੰਦੀ ਹੈ। ਨਹੀਂ ਤਾਂ ਫਿਰ ਇਨਵੈਸਟੀਗੇਸ਼ਨ ਦਾ ਫਾਇਦਾ ਹੀ ਨਹੀਂ ਜੇ ਤੁਸੀਂ ਉਹੀ ਬਿਆਨ ਰਿਪੀਟ ਹੀ ਕਰਾਉਣੇ ਆ ਬਿਲਕੁਲ, ਫਿਰ ਤਾਂ ਕੋਈ ਗਰਾਊਂਡ ਹੀ ਨਹੀਂ ਬਚਦੀ। ਬਿਲਕੁਲ, ਮਤਲਬ ਸ਼ੁਰੂ ਤੋਂ ਪਹਿਲੇ ਦਿਨ ਤੋਂ ਪਹਿਲੇ ਪੁਆਇੰਟ ਤੋਂ ਸਾਰਾ ਸ਼ੁਰੂ ਕਰਨਾ ਪੈਣਾ। ਇੱਕ ਕਿਹਾ ਗਿਆ ਕਿ ਜਸਟਿਸ ਰਣਜੀਤ ਸਿੰਘ ਉਹਨਾਂ ਦੀ ਜਾਂ ਪਿਛਲੀਆਂ ਰਿਪੋਰਟਾਂ ਜਿੰਨੀਆਂ ਆਈਆਂ ਉਹਨਾਂ ਸਾਰਿਆਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੀ ਜਿਹੜਾ ਸਹਾਇਤਾ ਲੈ ਕੇ ਹੀ ਕੁੰਵਰ ਵਿਜੇ ਪ੍ਰਤਾਪ ਉਹਨਾਂ ਨੇ ਅੱਗੇ ਆਪਣੀ ਰਿਪੋਰਟ ਨੂੰ ਤੋਰਿਆ ਤੇ ਉਹਦੇ ਕੁਝ ਅੰਸ਼ ਉਹਨਾਂ ਦੇ ਵਿੱਚ ਇਹਦੇ ਨਜ਼ਰ ਆਏ। ਤੇ ਜੇ ਇਦਾਂ ਹੀ ਇਸ ਰਿਪੋਰਟ ਦੇ ਵਿੱਚ ਵੀ ਨਵੀਂ ਐਸਆਈਟੀ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਵਾਲੇ ਜਾਂ ਪਿਛਲੇ ਨਜ਼ਰ ਆਏ, ਕਿਤੇ ਫੇਰ ਰਿਜੈਕਟ ਹੋ ਗਈ, ਫੇਰ ਇਸ ਮਸਲੇ ਦਾ ਕੀ ਬਣੇਗਾ? ਪਹਿਲੀ ਗੱਲ ਤਾਂ ਇਹ ਹੈ ਜੀ, ਕਿਤੇ ਵੀ ਇਹ ਨਹੀਂ ਹੈ ਕਿ ਕਮਿਸ਼ਨ ਦੀ ਰਿਪੋਰਟ ਨੂੰ ਨਹੀਂ ਕੰਸੀਡਰ ਕਰਨਾ। ਕਮਿਸ਼ਨ ਦੀ ਰਿਪੋਰਟ ਦੇ ਵਿੱਚ ਵਿਟਨੈਸਸ ਦੀ ਗਵਾਹੀਆਂ ਵੀ ਹੈ, ਐਵੀਡੈਂਸ ਵੀ ਹੈ ਔਰ ਉਹ ਚੀਜ਼ ਨੂੰ ਕੰਸੀਡਰ ਵੀ ਕੀਤਾ ਜਾਂਦਾ ਹੈ ਕਿ ਜੀ ਆਹ ਗਵਾਹ ਉੱਥੇ ਡਿਪੋਜ਼ ਕਰਕੇ ਆਏ ਹੈ, ਇਹਨਾਂ ਨੂੰ ਦੁਬਾਰਾ ਬੁਲਾਓ, ਇਹਨਾਂ ਦੀ ਸਟੇਟਮੈਂਟ ਉਹੀ ਹੈ ਕਿ ਨਹੀਂ ਜਿਹੜੀ ਉਹ ਕਮਿਸ਼ਨ ਕੋਲ ਔਨ ਐਫੀਡੇਵਿਟ ਦੇ ਕੇ ਆਏ ਹੈ ਕਿ ਨਹੀਂ, ਜੇ ਉਹ ਫਰਕ ਆ ਰਿਹਾ ਸਟੇਟਮੈਂਟ ਦਾ ਉਦੋਂ ਫਰਕ ਕਿਉਂ ਸੀ, ਹੁਣ ਕਿਉਂ ਹੈ। ਉਹ ਆਬਵੀਅਸਲੀ ਜੇ ਕਮਿਸ਼ਨ ਕੋਲੋਂ ਅਨਇਨਫਲੂਐਂਸ ਦੇ ਕੇ ਆਏ ਹੈ ਔਰ ਹੁਣ ਉਹਨਾਂ ਦੀ ਸਟੇਟਮੈਂਟ ਜਾਂ ਸੇਮ ਹੋਣੀ ਚਾਹੀਦੀ ਹੈ ਔਰ ਜੇ ਸੇਮ ਨਹੀਂ ਹੈ ਤੇ ਕਿਹਦਾ ਪ੍ਰੈਸ਼ਰ ਹੈ ਜਿਹਦੇ ਕਰਕੇ ਦਿੱਤੀ ਹੈ, ਉਹ ਪ੍ਰੈਸ਼ਰ ਕਿਉਂ ਹੈ, ਉਹਨੂੰ ਕਿਵੇਂ ਰੋਕਿਆ ਜਾਵੇ, ਉਹ ਸਾਰਾ ਕੁਝ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਕੰਸੀਡਰ ਹੋਊਗਾ, ਉਹਦੀ ਆਊਟਕਮ ਸਾਹਮਣੇ ਆਊਗੀ। ਇਹ ਕਿਤੇ ਵੀ ਇਨਵੈਸਟੀਗੇਸ਼ਨ ਆਏ ਸੈਟੀਸਫਾਈਡ ਨਹੀਂ ਹੁੰਦੀ। ਇੱਥੇ ਜਿੰਨਾ ਚੀਜ਼ਾਂ ਕਾਰਨਾਂ ਕਰਕੇ ਕੋਰਟ ਨੇ ਕੀਤੀ ਉਹ ਕਾਰਨ ਹੁਣ ਸਰਕਾਰ ਚੈਲੰਜ ਕਰ ਰਹੀ ਹੈ, ਹੁਣ ਉਹਦੇ ਤੇ ਦੇਖਦੇ ਹਾਂ ਕੀ ਆਊਟਕਮ ਹੁੰਦੀ ਹੈ। ਬਟ ਇਹ ਕਿਤੇ ਵੀ ਨਹੀਂ ਹੈ ਕਿ ਕਮਿਸ਼ਨ ਦੀ ਰਿਪੋਰਟ ਨੂੰ ਕੰਸੀਡਰ ਨਹੀਂ ਕਰਨਾ, ਉਹਨੂੰ ਸੋਲ ਬੇਸਿਸ ਨਹੀਂ ਬਣਾਉਣਾ, ਬਟ ਕੰਸੀਡਰ ਤਾਂ ਕੀਤਾ ਜਾਊਗਾ। ਐਸ ਫਾਰ ਐਜ਼ ਮਿਸਟਰ ਕੁੰਵਰ ਦੀ ਇਨਵੈਸਟੀਗੇਸ਼ਨ ਹੈ ਉਹਨੂੰ ਕੰਸੀਡਰ ਨਹੀਂ ਕੀਤਾ ਜਾਊਗਾ ਬਿਕੋਜ਼ ਚੈਲੰਜ ਉਹ ਰਿਪੋਰਟ ਨਹੀਂ ਕੀਤੀ ਸੀ, ਮਿਸਟਰ ਕੁੰਵਰ ਦੀ ਇਨਵੈਸਟੀਗੇਸ਼ਨ ਕੀਤੀ ਸੀ। ਬਿਲਕੁਲ। ਅੱਛਾ, ਇੱਕ ਹੋਰ ਗੱਲ ਇਹਦੇ ਵਿੱਚ ਥੋੜਾ ਦੱਸਿਓ ਕਿ ਜਦੋਂ ਹੁਣ ਕੁੰਵਰ ਵਿਜੇ ਪ੍ਰਤਾਪ ਹੋਣੀ ਚਲੋ ਇੱਕ ਸਾਈਡ ਤੇ ਹੋ ਗਏ, ਤੁਸੀਂ ਇਸ ਤਾਕਤ ਦੇ ਪ੍ਰਭਾਵ ਨੂੰ ਕਿੱਦਾਂ ਮੰਨਦੇ ਹੋ? ਕਿਉਂਕਿ ਤੁਹਾਡੇ ਕੋਲ ਵੀ ਮੁਲਤਾਨੀ ਵਾਲਾ ਕੇਸ ਰਿਹਾ ਕਿ ਉਸ ਕੇਸ ਦੇ ਵਿੱਚ ਤੁਸੀਂ ਵੀ ਬਹੁਤ ਚਾਰਾਜੋਈ ਕੀਤੀ ਕਿ ਸੁਮੇਧ ਸਿੰਘ ਸੈਣੀ ਉਹਨਾਂ ਨੂੰ ਜੇਲ੍ਹ ਤੱਕ ਪਹੁੰਚਾਇਆ ਜਾਵੇ, ਪਰ ਫਿਰ ਵੀ ਇੱਕ ਪਾਵਰ ਜਿਹੜਾ ਉੱਤੋਂ ਇੱਕ ਪ੍ਰੈਸ਼ਰ ਰਿਹਾ ਤੇ ਉਹ ਅੱਜ ਤੱਕ ਜਿਹੜਾ ਉਹ ਖੁੱਲੇਆਮ ਨੇ, ਤੇ ਹੁਣ ਇਸ ਕੇਸ ਦੇ ਵਿੱਚ ਵੀ ਇਸ ਤਾਕਤ ਦੀ ਜਿਹੜੀ ਵਰਤੋਂ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੋਈ ਹੋਵੇਗੀ? ਸਰ ਵੇਖੋ, ਤਾਕਤ ਤਾਂ ਮੈਂ ਸਿਰਫ ਰੱਬ ਦੀ ਮੰਨਦਾ, ਬੰਦੇ ਦੇ ਪੱਲੇ ਕੁਝ ਨਹੀਂ ਹੁੰਦਾ ਜੋ ਜਿੰਨਾ ਮਰਜ਼ੀ ਕਰ ਲਵੇ। ਕਹਿੰਦੇ ਮੁੱਦਈ ਲੱਖ ਬੁਰਾ ਚਾਹੇ ਤਾਂ ਕਿਆ ਹੋਤਾ ਹੈ, ਵਹੀ ਹੋਤਾ ਹੈ ਜੋ ਮਨਜ਼ੂਰ ਖੁਦਾ ਹੋਤਾ ਹੈ। ਸੋ ਇਸ ਕਰਕੇ ਸੈਣੀ ਵਰਗਿਆਂ ਨੇ ਜਿੰਨੇ ਮਰਜ਼ੀ ਪਾਪ ਕੀਤੇ ਹੋਣ ਔਰ ਜੋ ਮਰਜ਼ੀ ਸੋਚ ਲੈਣ ਕਿ ਲੈ ਅਸੀਂ ਤਾਂ ਐ ਨਿਕਲ ਜਾਾਂਗੇ, ਸਾਡੇ ਹੱਥ ਬੜੇ ਲੰਬੇ ਆ, ਨਹੀਂ, ਰੱਬ ਦੀ ਲਾਠੀ 'ਚ ਆਵਾਜ਼ ਨਹੀਂ ਹੁੰਦੀ। ਇਹ ਹਾਈ ਕੋਰਟ ਦੀ ਜਜਮੈਂਟ ਦੇ ਵਿੱਚ ਕਿਤੇ ਵੀ ਸੁਮੇਧ ਸੈਣੀ ਦੇ ਬਾਰੇ ਨਹੀਂ ਲਿਖਿਆ ਕਿ ਉਹ ਇਨੋਸੈਂਟ ਹੈ ਜਾਂ ਉਮਰਾ ਨੰਗਲ ਇਨੋਸੈਂਟ ਹੈ। ਉਹਨਾਂ ਦੇ ਪਾਪਾਂ ਦਾ ਘੜਾ ਭਰਿਆ ਵੀ ਹੈ ਤੇ ਉਹਨਾਂ ਨੂੰ ਉਹਦੀ ਸਜ਼ਾ ਵੀ ਮਿਲੂਗੀ। ਦੂਜੀ ਗੱਲ ਜਿਹੜੀ ਆ ਜਜਮੈਂਟ ਦੇ ਵਿੱਚ ਪੁਆਇੰਟ ਆ ਰਿਹਾ ਹੈ ਉਹ ਇਹ ਆ ਰਿਹਾ ਹੈ ਕਿ
ਪੋਲੀਟੀਕਲ ਓਵਰਟੋਨਸ ਨਹੀਂ ਹੋਣੀਆਂ ਚਾਹੀਦੀਆਂ ਇਨਵੈਸਟੀਗੇਸ਼ਨ ਦੀਆਂ। ਜਿੱਥੇ ਤੱਕ ਸੁਮੇਧ ਸੈਣੀ ਦਾ ਸਵਾਲ ਹੈ, ਜਿੰਨੇ ਮਰਜ਼ੀ ਹੱਥ ਲੰਬੇ ਹੋਣ, ਮੇਰਾ ਰੱਬ ਦੇ ਵਿੱਚ ਔਰ ਤੁਹਾਡੇ ਸ਼ਰੋਤਾਵਾਂ ਦੀ, ਬਾਕੀ ਲੋਕਾਂ ਦੀਆਂ ਦੁਆਵਾਂ ਦੇ ਵਿੱਚ, ਅਰਦਾਸਾਂ ਦੇ ਵਿੱਚ ਬਹੁਤ ਵਿਸ਼ਵਾਸ ਹੈ। ਸੋ ਇਸ ਕਰਕੇ ਸੁਮੇਧ ਸੈਣੀ ਨੂੰ ਤਾਂ ਉਹਦੇ ਪਾਪਾ ਦੀ ਸਜ਼ਾ ਜ਼ਰੂਰ ਦਵਾਵਾਂਗੇ। ਇੱਕ ਕੁਐਸ਼ ਹੋ ਗਈ, ਦੁਬਾਰਾ ਫਿਰ ਇਨਵੈਸਟੀਗੇਸ਼ਨ ਚ ਆ ਜਾਊਗਾ ਕਿੱਥੇ ਜਾਣਾ ਸੈਣੀ ਨੇ। ਸੈਣੀ ਨੇ ਜੋ ਪਾਪ ਕੀਤਾ ਕਦੋਂ ਤੱਕ ਭੱਜੂਗਾ, ਕਿੱਥੇ ਤੱਕ ਭੱਜੂਗਾ। ਇਸ ਲਈ ਉਸ ਇਹਨਾਂ ਚੀਜ਼ਾਂ ਤੋਂ, ਇਹਨਾਂ ਸੈਟਬੈਕਸ ਤੋਂ ਮੈਂ ਡੀਮੋਰਲਾਈਜ਼ ਨਹੀਂ ਹੁੰਦਾ। ਮੈਂ ਤਾਂ ਸੈਣੀ ਦੇ ਖਿਲਾਫ ਉਦੋਂ ਵੀ ਲੜਿਆ ਜਦੋਂ ਸੈਣੀ ਪਾਵਰ ਦੀ ਪੀਕ ਤੇ ਸੀ। ਇਸ ਕਰਕੇ ਮੈਨੂੰ ਇਹੋ ਜਿਹੀਆਂ ਲੜਾਈਆਂ ਦੇ ਵਿੱਚ, ਸੈਟਬੈਕਸ ਦੇ ਵਿੱਚ ਡੀਮੋਰਲਾਈਜ਼ ਹੋ ਕੇ ਹਾਰਨ ਦੀ ਆਦਤ ਨਹੀਂ ਹੈ। ਲੜਾਂਗੇ, ਹੋਰ ਜੋਸ਼ ਨਾਲ ਲੜਾਂਗੇ, ਉਹਦੇ ਚ ਕੀ ਹੈ। ਜਿਸ ਤਰ੍ਹਾਂ ਕੁੰਵਰ ਵਿਜੇ ਪ੍ਰਤਾਪ ਕਹਿ ਰਹੇ ਨੇ ਕਿ ਜਦੋਂ ਵੀ ਮੈਂ ਇਨਵੈਸਟੀਗੇਸ਼ਨ ਦੇ ਲਈ ਜਾਂ ਜਾਂਦਾ ਸੀ, ਅਦਾਲਤਾਂ ਤੱਕ ਪਹੁੰਚਦਾ ਸੀ, ਤਾਂ ਵਕੀਲਾਂ ਵੱਲੋਂ ਟੌਰਚਰ ਕੀਤਾ ਜਾਂਦਾ ਸੀ। ਕੀ ਇਸ ਨੂੰ ਟੌਰਚਰ ਮੰਨਿਆ ਜਾਵੇ ਕਿ ਵਕੀਲ ਜਦੋਂ ਪੁੱਛਗਿੱਛ ਕਰਦੇ ਨੇ ਉਹ ਤਾਂ ਹਰ ਪਹਿਲੂ ਉਹਨਾਂ ਨੇ ਰੱਖਣਾ ਹੁੰਦਾ? ਇਹਨੂੰ ਤੁਸੀਂ ਮੰਨਦੇ ਹੋ ਕਿ ਇਹ ਕਿਸੇ ਤਰੀਕੇ ਦਾ ਟੌਰਚਰ ਹੈ, ਜਾਂ ਫਿਰ ਵਕੀਲ ਦਾ ਪੁੱਛਣਾ ਟੌਰਚਰ ਨਹੀਂ ਹੁੰਦਾ। ਉਹ ਕਿਉਂ ਟੌਰਚਰ ਕਹਿ ਰਹੇ ਮੈਨੂੰ ਨਹੀਂ ਪਤਾ, ਕਿਉਂਕਿ ਮੈਨੂੰ ਪਰਸਨਲੀ ਮਿਸਟਰ ਕੁੰਵਰ ਬਾਰੇ ਨਹੀਂ ਪਤਾ ਕਿ ਉਹ ਕੀ ਓਪੀਨੀਅਨ ਕਿਉਂ ਦੇ ਰਹੇ ਹੈ ਔਰ ਕਿਸ ਚੀਜ਼ ਨੂੰ ਉਹ ਟੌਰਚਰ ਕਹਿ ਰਹੇ। ਬਟ ਇੱਕ ਲਾਇਰ ਨੇ ਤਾਂ ਆਰਗੂਮੈਂਟ ਹੀ ਸਾਹਮਣੇ ਰੱਖਣਾ ਹੈ ਨਾ ਜੀ। ਹੁਣ ਉਹ ਲਾਇਰ ਨੇ ਜੇ ਆਪਣੀ ਕਿਤੇ ਲਿਮਿਟ ਐਕਸੀਡ ਕੀਤੀ ਹੋਊਗੀ ਤਾਂ ਜੱਜ ਸਾਹਿਬ ਨੇ ਜ਼ਰੂਰ ਰੋਕਿਆ ਵੀ ਹੋਣਾ। ਮੈਨੂੰ ਉਹਨਾਂ ਚੀਜ਼ਾਂ ਬਾਰੇ ਕੋਈ ਨੌਲੇਜ ਨਹੀਂ ਹੈ, ਸੋ ਮੈਂ ਕਮੈਂਟ ਨਹੀਂ ਕਰ ਸਕਦਾ। ਬਟ ਐਜ਼ ਅ ਲਾਇਰ ਸਾਡਾ ਤਾਂ ਰੋਜ਼ ਦਾ ਕੰਮ ਹੁੰਦਾ ਇਨਵੈਸਟੀਗੇਸ਼ਨ ਦੇ ਉੱਤੇ ਸਵਾਲ ਚੁੱਕਣਾ, ਔਰ ਕੋਰਟ ਨੇ ਉਹਦੇ ਤੇ ਫਾਈਂਡਿੰਗ ਦੇਣੀ ਹੁੰਦੀ ਹੈ ਕਿ ਕਿੱਥੇ ਕੋਰਟ ਕਨਵਿੰਸਡ ਹੈ, ਕਿੱਥੇ ਨਹੀਂ। ਜਿਹੜੇ ਕੰਪਲੇਨੈਂਟ ਵੱਲੋਂ ਆ ਰਹੇ ਆ ਤੇ ਅਸੀਂ ਇਨਵੈਸਟੀਗੇਸ਼ਨ, ਬਾਕੀ ਛੱਡੋ, ਮੰਨ ਲਓ ਮੁਲਤਾਨੀ ਕੇਸ ਦੀ ਤੁਸੀਂ ਐਗਜ਼ਾਮਪਲ ਲਈ ਹੈ, ਜਾਂ ਇਸ ਕੇਸ ਦੀ ਵੀ ਲੈ ਲਓ। ਮੰਨ ਲਓ ਟ੍ਰਾਇਲ ਚੱਲਦੀ, ਕੀ ਪਤਾ ਕਿਹੜੇ ਕਿਹੜੇ ਬੰਦੇ ਸੀ ਜਿਨ੍ਹਾਂ ਨੂੰ ਅਕਿਊਜ਼ ਨਹੀਂ ਬਣਾਇਆ ਗਿਆ, ਜਿਨ੍ਹਾਂ ਨੂੰ ਅਕਿਊਜ਼ ਬਣਾਉਣ ਲਈ ਕੰਪਲੇਨੈਂਟ ਵੱਲੋਂ ਅਰਜ਼ੀਆਂ ਲੱਗਦੀਆਂ। ਜੇ ਉਹ ਅਰਜ਼ੀਆਂ ਲੱਗਦੀਆਂ ਤੇ ਉਹਦੇ ਵਿੱਚ ਵੀ ਤਾਂ ਮਿਸਟਰ ਕੁੰਵਰ ਦੀ ਇਨਵੈਸਟੀਗੇਸ਼ਨ ਹੀ ਕੁਐਸਚਨ ਚ ਆਉਂਦੀ ਨਾ, ਕਿ ਆਹ ਬੰਦੇ ਅਕਿਊਜ਼ਡ ਬਣਨੇ ਚਾਹੀਦੇ ਸੀ, ਤੁਸੀਂ ਨਹੀਂ ਬਣਾਏ। ਸੋ ਇਸ ਕਰਕੇ ਅਸੀਂ ਅਰਜ਼ੀ ਲਾ ਰਹੇ ਹਾਂ 319 ਦੇ ਅੰਡਰ ਸਮਨਿੰਗ ਕਰਨ ਲਈ ਉਹਨਾਂ ਦੀ। ਤੇ ਇਹ ਤਾਂ ਰੂਟੀਨ ਚੀਜ਼ਾਂ ਨੇ ਮੇਰੇ ਖਿਆਲ ਨਾਲ। ਬਿਲਕੁਲ। ਮੁਲਤਾਨੀ ਕੇਸ ਦੇ ਵਿੱਚ ਕੀ ਬਣਿਆ, ਥੋੜਾ ਉਹਦੇ ਬਾਰੇ ਵੀ ਦੱਸੋਗੇ ਕਿ ਉਹਦੀ ਮੁਲਤਾਨੀ ਕੇਸ ਦੇ ਵਿੱਚ ਜੀ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਚਲਾਨ ਫਾਈਲ ਕਰ ਦਿਆਂਗੇ। ਉਦੋਂ ਤੱਕ ਟ੍ਰਾਇਲ ਕੋਰਟ ਦੀਆਂ ਪ੍ਰੋਸੀਡਿੰਗਸ ਡੈਫਰ ਕਰਨ ਦੇ ਲਈ ਸਰਕਾਰ ਵੀ ਐਗਰੀਏਬਲ ਸੀ, ਔਰ ਆਨਰੇਬਲ ਕੋਰਟ ਨੇ ਵੀ ਫਿਰ ਡਾਇਰੈਕਸ਼ਨ ਦੇਤੀ ਸੀ ਕਿ ਟ੍ਰਾਇਲ ਕੋਰਟ ਪ੍ਰੋਸੀਡਿੰਗ ਐਡਜਰਨ ਕਰ ਦੇ। ਉਸ ਦਿਨ ਤੋਂ ਅੱਜ ਤੱਕ ਹੁਣ ਕੇਸ ਦੀ ਸੁਣਵਾਈ ਨਹੀਂ ਹੋ ਸਕੀ, ਪੈਂਡੇਮਿਕ ਕਰਕੇ ਔਰ ਬਾਕੀ ਚੀਜ਼ਾਂ ਕਰਕੇ। ਇਸ ਲਈ ਥੱਲੇ ਚਲਾਨ ਭਾਵੇਂ ਫਾਈਲਡ ਹੈ, ਪਰ ਉਹਦੀਆਂ ਅਜੇ ਤਰੀਕਾਂ ਪੈ ਰਹੀਆਂ। ਇਹਦੇ ਵਿੱਚ ਵੀ ਕੋਈ ਪੰਜਾਬ ਸਰਕਾਰ ਦੀ ਕੋਈ ਕਮਜ਼ੋਰੀ ਤਾਂ ਨਹੀਂ ਕਿਤੇ ਨਜ਼ਰ ਆ ਰਹੀ? ਨਹੀਂ 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 ਜੀ, ਦੇਖੋ ਇੱਕ ਗੱਲ ਬੜੀ ਸਿੰਪਲ ਮੈਂ ਤੁਹਾਨੂੰ ਕਹਾਂ ਜੀ। ਪੰਜਾਬ ਸਰਕਾਰ ਨੇ ਪਰਚਾ ਦਰਜ ਕਰ ਲਿਆ ਕੰਪਲੇਂਟ ਤੇ, ਸਾਡੇ ਲਈ ਇਹ ਬਹੁਤ ਚੰਗੀ ਗੱਲ ਹੈ। ਉਹ ਨਾ ਦਰਜ ਕਰਦੇ ਤੇ ਸਾਨੂੰ ਕੋਰਟ ਜਾਣਾ ਪੈਂਦਾ। ਠੀਕ ਹੈ, ਅਸੀਂ ਰਿਕੁਐਸਟ ਕੀਤੀ ਕਿ ਜੀ ਕੋਆਰਡੀਨੇਟ ਕਰਨ ਲਈ ਇੱਕ ਤੁਸੀਂ ਸਪੈਸ਼ਲ ਪੀਪੀ ਲਾ ਦਿਓ ਕੇਸ ਦੇ ਵਿੱਚ, ਉਹਨਾਂ ਨੇ ਉਹ ਵੀ ਮਨਜ਼ੂਰ ਕਰਤਾ, ਸਪੈਸ਼ਲ ਪੀਪੀ ਅਪਾਇੰਟ ਕਰਤਾ। ਬਿਕੋਜ਼ ਗੱਲ ਇਹ ਹੁੰਦੀ ਹੈ ਡੀਐਸ ਦੀ ਟ੍ਰਾਂਸਫਰੇਬਲ ਜੌਬ ਹੁੰਦੀ ਹੈ, ਅੱਜ ਇੱਕ ਪੀਪੀ ਹੈ ਕੱਲ ਦੂਜਾ, ਉਹਨਾਂ ਨੇ ਇੱਕ ਪੀਪੀ ਵੀ ਲਾਤਾ। ਸੋ ਉਹਨਾਂ ਚੀਜ਼ਾਂ ਦਾ ਮੱਦੇਨਜ਼ਰ ਕੋਈ ਰੀਜ਼ਨ ਨਹੀਂ ਹੈ ਕਿ ਸਾਨੂੰ ਕਿਸੇ ਚੀਜ਼ ਤੇ ਡਾਊਟ ਹੋਵੇ। ਉਹਦਾ ਹੁਣ ਸਮਝੋ ਕੋਵਿਡ ਸਿਚੁਏਸ਼ਨ ਹੀ ਇਹੋ ਜਿਹੀ ਹੈ, ਪੈਂਡੇਮਿਕ ਕਰਕੇ ਡੇਟਸ ਪੈ ਰਹੀਆਂ, ਉਹਦੇ ਚ ਅਸੀਂ ਕੀ ਕਹਿ ਸਕਦੇ ਹਾਂ। ਬਿਲਕੁਲ ਬਿਲਕੁਲ। ਇੱਕ ਵਿਰਸਬ ਹੋਰ ਹੈ ਕਿ ਜਦੋਂ ਕਿਸੇ ਪੁਲਿਸ ਅਧਿਕਾਰੀ ਖਿਲਾਫ, ਕਿਸੇ ਵੱਡੇ ਸਿਆਸੀ ਤੰਤਰ ਦੇ ਖਿਲਾਫ ਜਦੋਂ ਵੀ ਕੋਈ ਜਾਂਚ ਖੁੱਲਦੀ ਹੈ, ਤਾਂ ਕਿਤੇ ਨਾ ਕਿਤੇ ਸਬੂਤ ਜਿਹੜੇ ਨੇ ਹੇਠਲੇ ਪੱਧਰ ਤੋਂ ਗਾਇਬ ਹੋ ਜਾਂਦੇ ਨੇ, ਜਾਂ ਫਿਰ ਜਿਹੜੇ ਪੁਲਿਸ ਅਧਿਕਾਰੀ ਨੂੰ ਇੱਕ ਦੂਜੇ ਦੇ ਬਚਾਅ ਵਿੱਚ ਆਉਂਦੇ ਨੇ। ਇਹਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਕਿ ਅਦਾਲਤਾਂ ਇਸ ਨੂੰ ਲੈ ਕੇ ਸਿੱਧੇ ਤੌਰ ਤੇ ਕਿਉਂ ਨਹੀਂ ਸਮਝਦੀਆਂ ਕਿ ਸਬੂਤਾਂ ਦੇ ਆਧਾਰ ਤੇ ਹੀ ਦੂਜੇ ਪਾਸੇ ਵੀ ਦੇਖਣਾ ਚਾਹੀਦਾ ਹੈ ਕਿ ਸਿਆਸਤ ਕਿੱਥੇ ਕੰਮ ਕਰ ਰਹੀ ਹੈ? ਦੇਖੋ ਜੀ, ਗੱਲ ਇਹ ਸਿਆਸਤ ਤੇ ਨਹੀਂ ਆਉਂਦੀ, ਇਹ ਗੱਲ ਆਉਂਦੀ ਹੈ ਆਪਣੇ ਕਿਰਦਾਰ ਤੇ। ਅਸੀਂ ਕਿੰਨਾ ਸਟੈਂਡ ਲੈ ਲੈਂਦੇ ਹਾਂ ਸਿਸਟਮ ਦੇ ਵਿੱਚ ਰਹਿੰਦਿਆਂ ਹੋਇਆਂ, ਜਾਂ ਸਿਸਟਮ ਤੋਂ ਬਾਹਰ ਰਹਿੰਦਿਆਂ ਹੋਇਆਂ ਸਿਸਟਮ ਨੂੰ ਸੁਧਾਰਨ ਦਾ ਕਿੰਨਾ ਬੀੜਾ ਚੁੱਕਦੇ ਹਾਂ, ਇਹ ਸਾਡੇ ਤੇ ਡਿਪੈਂਡ ਕਰਦਾ। ਗੁਰੂ ਸਾਹਿਬ ਨੇ ਕਿਹਾ ਕੋਈ ਕਿਸੇ ਕੋ ਰਾਜ न दे है जो ले है निज बल से ले। ਜਿਨ੍ਹਾਂ ਨੇ ਸੁਮੇਧ ਸੈਣੀ ਦੇ ਖਿਲਾਫ ਲੜਨਾ ਸੀ, ਉਹ ਜੇ ਨਹੀਂ ਲੜੇ ਔਰ ਲੜਨਾ ਚਾਹੁੰਦੇ ਸੀ, ਉਹ ਤਾਂ ਉਹ ਦੱਸ ਸਕਦੇ ਆ ਕਿਉਂ ਨਹੀਂ ਲੜੇ। ਮੈਂ ਉਹਦੇ ਖਿਲਾਫ ਜੇ ਖੜੇ ਹੋਣਾ ਸੀ, ਮੈਨੂੰ ਕੋਈ ਦਿੱਕਤ ਨਹੀਂ ਆਈ। ਮੈਂ ਉਹਦੇ ਪਾਵਰ ਦੇ ਵਿੱਚ ਹੁੰਦਿਆਂ ਵੀ ਉਹਦੇ ਖਿਲਾਫ ਲੜ ਲਿਆ, ਮੈਂ ਹੁਣ ਵੀ ਲੜ ਰਿਹਾ, ਮੈਨੂੰ ਉਹਦੇ 'ਚ ਕੋਈ ਡਰ ਨਹੀਂ ਲੱਗਿਆ। ਹੁਣ ਉਹ ਡਿਪੈਂਡ ਕਰਦਾ ਪਬਲਿਕ ਦੇ ਉੱਤੇ। ਜੇ ਪੁਲਿਸ ਵਾਲਿਆਂ ਦੇ ਖਿਲਾਫ ਪਬਲਿਕ ਨਹੀਂ ਖੜੀ ਹੁੰਦੀ, ਉਹ ਤਾਂ ਪਬਲਿਕ ਜਵਾਬਦਾਰ ਹੋਊਗੀ, ਉਹਦੇ ਸਿਆਸਤ ਕਿੱਥੋਂ ਆ ਗਈ। ਜੇ ਅੱਜ ਸਿਆਸੀ ਮਤਲਬ ਜਿਹੜੇ ਆਪਾਂ ਕਹੀਏ, ਜਿਹੜੇ ਵੀ ਪੋਲੀਟੀਸ਼ੀਅਨਸ ਨੇ, ਜੇ ਉਹ ਬਚਾਉਣਾ ਚਾਹੁੰਦੇ ਕਿਸੇ ਪੁਲਿਸ ਵਾਲੇ ਨੂੰ, ਜਾਂ ਪੁਲਿਸ ਵਾਲੇ ਹੀ ਦੂਜੇ ਨੂੰ ਬਚਾਉਣਾ ਚਾਹੁੰਦਾ ਹੈ, ਪਬਲਿਕ ਇੱਕ ਵਾਰੀ ਕੋਰਟ ਦੇ ਵਿੱਚ ਆ ਕੇ ਲੜੇ, ਫਾਈਟ ਸਸਟੇਨ ਕਰੇ, ਇਕੱਠੇ ਹੋ ਜਾਣ, ਦੇਖੋ ਕਿਸ ਤਰ੍ਹਾਂ ਪ੍ਰੈਸ਼ਰ ਨਹੀਂ ਪੈਂਦਾ। ਬਰਗਾੜੀ ਤੇ ਬਹਿਬਲ ਕਲਾਂ ਕੇਸ ਜਿਹੜੇ ਹੈਗੇ ਇੱਕ ਐਗਜ਼ਾਮਪਲ ਨੇ, ਜਿੱਥੇ ਪਬਲਿਕ ਇਕੱਠੀ ਹੋਈ ਤੇ ਪੁਲਿਸ ਵਾਲਿਆਂ ਦੇ ਉੱਤੇ ਕਿੰਨਾ ਪ੍ਰੈਸ਼ਰ ਪਿਆ, ਇਲੈਕਸ਼ਨ ਦਾ ਮੁੱਦਾ ਬਣ ਗਿਆ, ਕੋਈ ਛੋਟੀ ਗੱਲ ਨਹੀਂ ਹੈ। ਉਸੇ ਤਰ੍ਹਾਂ ਜੇ ਪੁਲਿਸ ਵਾਲੇ ਗਲਤ ਨੇ, ਉਹਨਾਂ ਨੂੰ ਸਜ਼ਾ ਦਿਵਾਉਣ ਦੇ ਲਈ ਜਦੋਂ ਤੱਕ ਪਬਲਿਕ ਝੁਕਣਾ ਬੰਦ ਨਹੀਂ ਕਰੂਗੀ ਉਸ
ਦਹਿਸ਼ਤ ਦੇ ਅੱਗੇ, ਉਸ ਤਸ਼ੱਦਦ ਦੇ ਅੱਗੇ ਤੇ ਕੁਝ ਨਹੀਂ ਹੋ ਸਕਦਾ। ਉਹ ਤਾਂ ਸਾਡੇ ਉੱਤੇ ਡਿਪੈਂਡ ਕਰਦਾ ਸੀ ਕਿੰਨਾ ਲੜਨ ਲਈ ਤਿਆਰ ਹੈ। ਵਿਰਕ ਸਾਹਿਬ, ਅਜਿਹੇ ਮਾਮਲਿਆਂ ਦੇ ਵਿੱਚ ਜਦੋਂ ਅਦਾਲਤ ਤੋਂ ਕੋਈ ਇਹੋ ਜਿਹੇ ਫੈਸਲੇ ਆਉਂਦੇ ਤਾਂ ਘੱਟ ਗਿਣਤੀਆਂ ਦੇ ਵਿੱਚ ਆਪਾਂ ਲਾ ਲਈਏ ਕਿ ਖਾਸ ਕਰ ਜੇ ਸਿੱਖਾਂ ਦੇ ਵਿੱਚ ਲਾ ਲਈਏ ਕਿ ਇਸ ਗੱਲ ਦੀ ਚਰਚਾ ਹੁੰਦੀ ਹੈ ਕਿ ਸਾਨੂੰ ਇਨਸਾਫ ਨਹੀਂ ਮਿਲਦਾ। ਇਹਦੇ ਬਾਰੇ ਤੁਹਾਡਾ ਕੀ ਮੰਨਣਾ ਹੈ? ਕੀ ਭਾਰਤ ਦਾ ਜਿਹੜਾ ਜੁਡੀਸ਼ਰੀ ਸਿਸਟਮ ਹੈ ਫਿਰ ਉਸ ਮੈਨੂੰ ਇੱਕ ਉੱਪਰ ਗੱਲ ਦੱਸੋ, ਮੈਨੂੰ ਇੱਕ ਗੱਲ ਦੱਸੋ, ਸਿੱਖਾਂ ਨੂੰ ਕਿਹਨੇ ਇਨਸਾਫ ਡਿਨਾਈ ਕੀਤਾ? ਕਿਉਂ ਇਹਨੂੰ ਆਪਾਂ ਕੌਮੀ ਰੰਗ ਦਿੰਨੇ ਆ? ਜੀ ਕਿਹੜੇ ਜੱਜ ਸਾਹਿਬ ਨੇ ਕਿਹਾ ਕਿ ਮੈਂ ਸਿੱਖ ਨੂੰ ਇਨਸਾਫ ਨਹੀਂ ਦੇਣਾ? ਉਮਰਾ ਨੰਗਲ ਵੀ ਸਿੱਖ ਹੈ, ਜਿਹਦੇ ਤੇ ਗੋਲੀਆਂ ਚਲਾਈਆਂ ਉਹ ਵੀ ਸਿੱਖ ਹੈ। ਉਹਦੇ ਨਾਲ ਪਰਮਜੀਤ ਸਿੰਘ ਪੰਨੂ ਹੈ, ਉਹ ਵੀ ਸਿੱਖ ਹੈ, ਜਿਹਦੇ ਤੇ ਗੋਲੀਆਂ ਚੱਲੀਆਂ ਉਹ ਵੀ ਸਿੱਖ ਹੈ। ਜੇ ਸਿੱਖਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਤੇ ਉਮਰਾ ਨੰਗਲ ਨੂੰ ਤੇ ਪੰਨੂ ਨੂੰ ਅੱਜ ਰਿਲੀਫ ਮਿਲਿਆ ਕੋਰਟ ਚੋਂ, ਇਹਨੂੰ ਕੀ ਕਹਿੰਦੇ ਹੋ ਤੁਸੀਂ? ਬਿਲਕੁਲ। ਮੈਨੂੰ ਇੱਕ ਗੱਲ ਦੱਸੋ, ਜੇ ਇੰਨਾ ਹੀ ਅਸੀਂ ਕਹਿ ਰਹੇ ਹਾਂ ਸਿੱਖਾਂ ਦੇ ਖਿਲਾਫ ਹੋ ਰਿਹਾ ਹੈ ਤੇ ਬਾਦਲ ਸਰਕਾਰ ਨੇ ਸੁਮੇਧ ਸੈਣੀ ਡੀਜੀਪੀ ਲਾਇਆ ਸੀ, ਪੰਥਕ ਸਰਕਾਰ ਸੀ, ਉਹਦਾ ਆਪਾਂ ਕੀ ਜਵਾਬ ਦੇਵਾਂਗੇ? ਬਾਦਲ ਸਰਕਾਰ ਧੱਕੇ ਨਾਲ ਤਾਂ ਨਹੀਂ ਪਾਵਰ ਚ ਆਈ, ਪੰਜਾਬ ਦੇ ਲੋਕਾਂ ਨੇ ਵੋਟ ਪਾਈ। ਉਹਨਾਂ ਨੇ ਸੁਮੇਧ ਸੈਣੀ ਨੂੰ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਰੱਖਿਆ 5 ਸਾਲ, ਪਬਲਿਕ ਨੇ ਖੁਸ਼ ਹੋ ਕੇ ਉਹਨਾਂ ਨੂੰ ਦੁਬਾਰਾ ਵੋਟ ਪਾਈ, ਉਹ ਪਾਵਰ ਚ ਆਏ। ਉਹਨਾਂ ਨੇ ਕਿਹਾ ਵੀ ਸੈਣੀ ਨੂੰ ਚੀਫ ਡਾਇਰੈਕਟਰ ਲਾਇਆ ਸੀ, ਬਹੁਤ ਵਧੀਆ, ਪਬਲਿਕ ਖੁਸ਼ ਹੋਈ ਸਾਡੇ ਤੋਂ, ਅਸੀਂ ਡੀਜੀ ਬਣਾਉਣੇ ਆ। ਉਹਨਾਂ ਨੇ ਡੀਜੀ ਬਣਾਇਆ। ਉਸ ਤੋਂ ਬਾਅਦ ਉਹਨੇ ਪਬਲਿਕ ਤੇ ਫਾਇਰਿੰਗ ਕਰਤੀ ਤੇ ਉਹਨੂੰ ਬਦਲਣਾ ਪਿਆ। ਜਦੋਂ ਸਾਰੀ ਕੌਮ ਇਕੱਠੀ ਹੋਈ ਤੇ ਸੈਣੀ ਨੂੰ ਉਸੇ ਸਰਕਾਰ ਨੇ ਬਦਲਿਆ, ਨਹੀਂ ਤਾਂ ਕਦੇ ਮਿਡ ਟਰਮ ਡੀਜੀ ਬਦਲਿਆ ਜਾਂਦਾ। ਮੁੜ ਕੇ ਉਹਨਾਂ ਨੇ ਸੈਣੀ ਨੂੰ ਚੰਗੀ ਪੋਸਟਿੰਗ ਨਹੀਂ ਦਿੱਤੀ। ਜੇ ਆਪਾਂ ਉਸ ਐਂਗਲ ਤੋਂ ਦੇਖੀਏ, ਮੈਨੂੰ ਦੱਸੋ ਸਿੱਖਾਂ ਨਾਲ ਕਿੱਥੇ ਧੱਕਾ ਹੋ ਰਿਹਾ? ਪਰ ਆਪਾਂ ਜਦੋਂ 84 ਵਾਲਾ ਐਂਗਲ ਦੇਖਦੇ ਆ ਕਿ ਉਹਨਾਂ ਮਾਮਲਿਆਂ ਦੇ ਵਿੱਚ ਲੋਕ ਅੱਜ ਵੀ ਕਹਿੰਦੇ ਨੇ ਕਿ ਦੇਖੋ ਸੱਜਣ ਕੁਮਾਰ ਨੂੰ ਇੰਨੇ ਸਾਲਾਂ ਬਾਅਦ ਕਿਤੇ ਜਾ ਕੇ ਅਦਾਲਤ ਦਾ ਮੂੰਹ ਦਿਖਾਉਣਾ, ਉੱਥੇ ਜੇਲ੍ਹ ਦਾ ਮੂੰਹ ਦਿਖਾਉਣਾ ਪਿਆ। ਹਾਲੇ ਵੀ ਕਈ ਉਹ ਕਹਿੰਦੇ ਇਹੋ ਜਿਹੇ ਮੁਲਜ਼ਮ ਨੇ ਜਿਨ੍ਹਾਂ ਨੂੰ ਹਾਲੇ ਤੱਕ ਅਦਾਲਤਾਂ ਤੱਕ ਲਿਜਾਣ ਲਈ ਵੀ ਇੰਨੀ ਚਾਰਾਜੋਈ ਕਰਨੀ ਪੈਂਦੀ ਹੈ ਕਿ ਗਵਾਹ ਜਿਹੜੇ ਨੇ ਉਹ ਵਿਚਾਰੇ ਮੁੱਕ ਚੁੱਕੇ ਨੇ ਹੁਣ ਤੱਕ। ਮੈਨੂੰ ਇੱਕ ਗੱਲ ਦੱਸੋ, ਮੈਂ ਛੋਟੀ ਜਿਹੀ ਚੀਜ਼ ਇੱਕ ਪੁੱਛਦਾ। ਸੁਮੇਧ ਸੈਣੀ ਦੇ ਬਾਰੇ ਤੁਹਾਡੀ ਚੈਨਲ ਦੇ ਉੱਤੇ ਕਿੰਨੇ ਲੋਕਾਂ ਨੇ ਕਮੈਂਟ ਕੀਤਾ ਕਿ ਸੁਮੇਧ ਸੈਣੀ ਨੇ ਉਹਨਾਂ ਦੇ ਨਾਲ ਤਸ਼ੱਦਦ ਕੀਤੀ? ਮੈਨੂੰ ਇੱਕ ਵਾਰੀ ਇਹ ਦੱਸੋ, ਉਹਨਾਂ ਚੋਂ ਕਿੰਨੇ ਕੁ ਲੋਕ ਅੱਗੇ ਆ ਗਏ? ਬਿਲਕੁਲ। ਕਿੰਨੇ ਕੁ ਲੋਕਾਂ ਨੇ ਮੇਰੇ ਕੋਲ ਆ ਕੇ ਕਿਹਾ ਕਿ ਜੇ ਅਸੀਂ ਕਾਗਜ਼ ਦਿੰਨੇ ਆ ਸੈਣੀ ਦੇ ਖਿਲਾਫ, ਜ਼ਰਾ ਕੇਸ ਤਾਂ ਲੜੋ, ਸਾਨੂੰ ਇਨਸਾਫ ਤਾਂ ਦਿਵਾਓ? ਮੈਨੂੰ ਘੱਟੋ ਘੱਟ 1000 ਜਾਣਿਆਂ ਦੇ ਮੈਂ ਇੱਕ ਐਗਜ਼ਾਮਪਲ ਦੇ ਰਿਹਾ। ਲੋਕਾਂ ਨੂੰ ਡਰ, ਅੱਜ ਵੀ ਉਹ ਡਰ ਹੈ ਕਿ ਉਹਨਾਂ ਨੇ ਦੇਖਿਆ ਉਹ ਮਾਹੌਲ ਕਿ ਉਸ ਵੇਲੇ ਕੀ ਹੋਇਆ ਸੀ ਸਾਡੇ ਨਾਲ, ਦਹਿਸ਼ਤ ਹੁੰਦੀ ਹੈ ਕਰਕੇ ਕੋਈ ਅੱਗੇ ਨਹੀਂ ਆਉਂਦਾ। ਗੱਲ ਮਾਫ ਕਰਨਾ, ਸਿੱਖ ਦੇ ਮਨ 'ਚ ਡਰ, ਇਹ ਦੋ ਚੀਜ਼ਾਂ ਇਕੱਠੀਆਂ ਚੱਲ ਸਕਦੀਆਂ? ਸਿਰ ਤੇ ਪੱਗ ਰੱਖ ਕੇ ਮਨ 'ਚ ਡਰ ਰੱਖ ਲਓ ਤੇ ਕੀ ਅਸੀਂ ਆਪਣੇ ਗੁਰੂ ਸਾਹਿਬ ਨੂੰ ਲੈਟ ਡਾਊਨ ਨਹੀਂ ਕਰ ਰਹੇ? ਆਪਣੇ ਗੁਰੂ ਸਾਹਿਬ ਦੇ ਦਿੱਤੇ ਰਾਹ ਤੋਂ ਭਟਕ ਨਹੀਂ ਰਹੇ? ਨਿਡਰਤਾ, ਨਿਰਭਉ, ਨਿਰਵੈਰ। ਪਰ ਵਿਰਕ ਸਾਹਿਬ, ਜਿਸ ਤਰ੍ਹਾਂ ਦੇ ਫੈਸਲੇ ਪਿਛਲੇ ਕੁਝ ਸਮਿਆਂ ਤੋਂ ਆਉਂਦੇ ਆ ਰਹੇ ਨੇ, ਉਹ ਤੋਂ ਕਿਤੇ ਨਾ ਕਿਤੇ ਬੇਯਕੀਨੀ ਤਾਂ ਬਣਦੀ ਹੈ ਨਾ। ਹੁਣ ਹਾਈ ਕੋਰਟ ਦਾ ਫੈਸਲਾ ਮੇਰੀ ਆਇਆ ਇੱਕ ਤਾਂ ਗੱਲ ਸੁਣੋ, ਰੁਕ ਜਾਓ। ਅੱਜ ਅਸੀਂ ਡੈਮੋਕ੍ਰੇਸੀ 'ਚ ਜਿਉ ਰਹੇ ਹਾਂ? ਨਾ, ਮੇਰੀ ਗੱਲ ਦਾ ਜਵਾਬ ਦਿਓ। ਡੈਮੋਕ੍ਰੇਸੀ ਜਿਉ ਰਹੇ ਹਾਂ। ਸਾਡੇ ਗੁਰੂ ਸਾਹਿਬ ਨੇ ਆਟੋਕ੍ਰੈਟਿਕ ਰੂਲ, ਔਰੰਗਜ਼ੇਬ ਦੇ ਰੂਲ ਵੇਲੇ ਮੁੱਠੀ ਭਰ ਸਿੱਖਾਂ ਨਾਲ ਐਸੀ ਤੈਸੀ ਫੇਰਤੀ ਸੀ, ਔਰ ਇੱਕ ਜਿਹੜੀ ਇੱਕ ਐਸਟੈਬਲਿਸ਼ਡ ਡਾਇਨੈਸਟੀ ਦੀ ਨੀਂਹ ਹਿਲਾ ਕੇ ਰੱਖਤੀ। ਉਸ ਕੌਮ ਨੂੰ ਡਰ ਹੈ, ਆਪਣੇ ਹੀ ਕੌਮ ਦੇ ਸੀਐਮ, ਡਿਪਟੀ ਸੀਐਮ ਹੁੰਦਿਆਂ, ਆਪਣੇ ਹੀ ਕੌਮ ਦੇ ਬੰਦੇ ਹੁੰਦਿਆਂ ਡਰ ਹੈ। ਸਰ ਮੈਂ ਇਸ ਗੱਲ ਤੇ ਨਹੀਂ ਐਗਰੀ ਕਰਦਾ। ਜੇ ਡਰ ਹੈ ਤੇ ਸਰ ਫਿਰ ਆਪਣੀ ਕੌਮ ਦੀ ਪ੍ਰੋਬਲਮ ਹੈ। ਆਪਾਂ ਜੋ ਮਰਜ਼ੀ ਕਹੀਏ, ਸਿੱਖਾਂ ਨੂੰ ਹਮੇਸ਼ਾ ਇਨਸਾਫ ਮਿਲਦਾ ਹੈ। ਰੱਬ ਨੇ ਸਿੱਖਾਂ ਦਾ ਸਾਥ ਦਿੱਤਾ ਹੈ। ਅਦਾਲਤ ਸਿਰਫ ਰੱਬ ਦੀ ਹੁੰਦੀ ਹੈ। ਆਪਣਾ ਵਿਸ਼ਵਾਸ ਹੈ। ਮੇਰਾ ਵਿਸ਼ਵਾਸ ਰੱਬ ਦੀ ਅਦਾਲਤ 'ਚ ਰਿਹਾ। ਮੇਰਾ ਵਿਸ਼ਵਾਸ ਤਾਂ ਹੀ ਕਦੇ ਨਹੀਂ ਡੋਲਦਾ। ਜਿੰਨੇ ਮਰਜ਼ੀ ਦੁਸ਼ਮਣ ਨੂੰ ਰਿਲੀਫ ਮਿਲੀ ਜਾਣ, ਮੇਰਾ ਰੱਬ 'ਚ ਵਿਸ਼ਵਾਸ ਅਟੁੱਟ ਰਹਿੰਦਾ ਹੈ। ਔਰ ਨਿਡਰਤਾ ਸਿੱਖਾਂ ਦਾ ਸਭ ਤੋਂ ਵੱਡਾ ਹਥਿਆਰ ਹੈ। ਰੱਬ ਦੇ ਵਿੱਚ ਵਿਸ਼ਵਾਸ ਹਥਿਆਰ ਹੈ। ਮੈਂ ਤਾਂ ਹੀ ਇਹ ਗੱਲ ਵਾਰੀ ਕਹਿਣਾ ਕਿ ਜੇ ਕੋਈ ਕਮੀ ਕਿਤੇ ਦਿਸਦੀ ਹੈ, ਉਹ ਮਹਾਤਮਾ ਗਾਂਧੀ ਦੀ ਇੱਕ ਲਾਈਨ ਹੈ ਕਿ ਵੀ ਮਸਟ ਬੀ ਦ ਚੇਂਜ ਵੀ ਵਿਸ਼ ਟੂ ਸੀ ਇਨ ਦ ਵਰਲਡ। ਸੋ ਸਾਨੂੰ ਜੋ ਚੇਂਜ ਚਾਹੀਦੀ ਹੈ, ਅਸੀਂ ਬਣਨਾ ਹੈ। ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਕਬੀਰ ਜੀ ਨੇ ਕੀ ਕਿਹਾ ਸੀ? ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਕਟ ਮਰੇ ਕਪੂ ਨ ਛਾੜੇ ਕੇ। ਸਾਡੇ ਸਿੱਖ ਕੌਮ ਦੇ ਬੰਦਿਆਂ ਨਾਲ ਜੇ ਤਸ਼ੱਦਦ ਹੋਈ ਹੈ, ਉਹ ਆਪ ਡਰਦੇ ਅੱਗੇ ਨਹੀਂ ਆ ਰਹੇ, ਤਾਂ ਦੂਜਿਆਂ ਲਈ ਕੀ ਲੜਨਗੇ? ਮੈਨੂੰ ਅਜੇ ਦੱਸੋ। ਬਿਲਕੁਲ। ਅੱਗੇ ਆਓ, ਆਵਾਜ਼ ਚੁੱਕੋ, ਦੇਖੋ ਕਿਵੇਂ ਆਵਾਜ਼ ਨਹੀਂ ਬੁਲੰਦ ਹੁੰਦੀ। ਹਾਂ, ਗੱਲ ਫੈਕਟਸ ਤੇ ਕਰੋ, ਕਾਨੂੰਨੀ ਤੌਰ ਤੇ ਕਰੋ। ਆਪਾਂ 84 ਦੀ ਕਰੀਏ, ਜਦੋਂ ਮਰਜ਼ੀ ਦੀ ਕਰੀਏ। ਸੁਮੇਧ ਸੈਣੀ ਨੇ ਜੇ 1000 ਲੋਕਾਂ ਨਾਲ ਕੀਤਾ, ਮੇਰੇ ਆ ਤੁਹਾਡੇ ਕੋਲ 10 ਲੋਕ ਵੀ ਨਹੀਂ ਆਏ। ਜਿੰਨੀ ਕੁ ਦੇਰ ਸੈਣੀ ਦੇ ਖਿਲਾਫ ਮੈਂ ਬੋਲਿਆ, ਲੋਕੀ ਅੱਗੇ ਆ ਗਏ। ਜਦੋਂ ਹੀ ਉਹਨੂੰ ਰਿਲੀਫ ਮਿਲਿਆ, ਸਾਰੇ ਭੱਜ ਗਏ। ਡਰ ਕੇ ਨਹੀਂ ਚੱਲੀਦਾ।
ਇਹ ਗੁਰੂਆਂ ਦਾ ਰਾਹ ਡਰਦਾ ਨਹੀਂ ਹੈ, ਨਿਡਰਤਾ ਦਾ ਰਾਹ ਹੈ। ਸ਼ੁਕਰੀਆ ਵਿਰਕ ਸਾਹਿਬ, ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਮੇਰੇ ਨਾਲ ਪੰਜਾਬਿਸਤਾਨ ਟੀਵੀ ਤੇ ਮੌਜੂਦ ਸਨ ਉੱਘੇ ਵਕੀਲ ਐਡਵੋਕੇਟ ਪ੍ਰਦੀਪ ਸਿੰਘ ਵਿਰਕ। ਅਸੀਂ ਗੱਲਬਾਤ ਕੀਤੀ ਹੈ ਕੋਟਕਪੂਰਾ ਗੋਲੀकांड ਤੇ ਜਦੋਂ ਲੋਕ ਕਹਿੰਦੇ ਨੇ ਕਿ ਸ਼ਾਇਦ ਘੱਟ ਗਿਣਤੀਆਂ ਨੂੰ ਇਨਸਾਫ ਨਹੀਂ ਮਿਲਦਾ, ਅਦਾਲਤਾਂ ਤੋਂ ਇਨਸਾਫ ਮਿਲਦਾ ਹੈ। ਜਿਵੇਂ ਵਿਰਕ ਸਾਹਿਬ ਨੇ ਕਿਹਾ ਕਿ ਬਜਾਏ ਇਸ ਦੇ ਕਿ ਤੁਸੀਂ ਡਰੋ, ਹੌਸਲਾ ਬਣਾ ਕੇ ਅੱਗੇ ਆਓ। ਜੇ ਤੁਹਾਡੇ ਨਾਲ ਕੋਈ ਵਧੀਕੀ ਹੋਈ ਹੈ ਤਾਂ ਇਨਸਾਫ ਜ਼ਰੂਰ ਮਿਲੇਗਾ। ਤੇ ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ ਕਿ ਤੁਹਾਡਾ ਇਸ ਬਾਰੇ ਕੀ ਕਹਿਣਾ। ਮੈਨੂੰ ਇਜਾਜ਼ਤ ਦਿਓ। ਪੰਜਾਬਿਸਤਾਨ ਟੀਵੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।